अस्सलाम वालेकुम दोस्तों ਜਦੋਂ ਮੈਂ ਜਰਮਨੀ ਪਹੁੰਚ ਗਿਆ ਮਿਊਨਿਖ। ਮੈਂ ਤਕਰੀਬਨ 1 ਮਹੀਨਾ ਮਿਊਨਿਖ ਰਿਹਾ। ਮੇਰਾ ਇੱਕ ਇੱਥੇ ਦੋਸਤ ਹੈਗਾ ਬੋਬੀ ਕੋਲ 1 ਮਹੀਨਾ ਮੈਂ ਆਪਣਾ ਰਿਹਾ ਬੋਬੀ ਦੇ ਘਰ। ਤੇ ਫਿਰ ਮੈਂ ਹੀ ਸੋਚਿਆ ਕਿ ਯਾਰ ਇੱਥੇ ਟਾਈਮ ਜ਼ਾਇਆ ਕਰਨ ਤੋਂ ਚੰਗਾ ਕਿ ਜਿਹੜਾ ਨਾ ਅਮਰੀਕਾ ਚਲੇ ਜਾਵਾਂ। ਤੇ ਅਮਰੀਕਾ ਦਾ ਤਾਂ ਇਹੀ ਸੁਣਿਆ ਹੈ ਕਿ ਯਾਰ ਅਮਰੀਕਾ ਜਿਹੜਾ ਬਹੁਤ ਵੱਡਾ ਹੈਗਾ। ਅਮਰੀਕਾ ਇੱਕ ਦਫਾ ਜਿਹੜਾ ਬੰਦਾ ਐਂਟਰ ਹੋ ਗਿਆ, ਸਮਝ ਲਓ ਉਸकी ਤੋਂ ਨਿਕਲ ਪੜੀ। ਮੈਂ ਫਿਰ ਗਿਆ ਆਪਣਾ ਟਰੈਵਲ ਏਜੰਸੀ ਤੇ ਜਾ ਕੇ ਮੈਂ ਇੱਕ ਟਿਕਟ ਲਿੱਤੀ ਹੈ ਅਮਰੀਕਾ ਨਿਊਯਾਰਕ ਦੀ, ਤੇ ਨਿਊਯਾਰਕ 에ਅਰਪੋਰਟ ਦੀ ਮੈਨੂੰ ਟਿਕਟ ਮਿਲੀ ਕਿਉਂਕਿ ਅਮਰੀਕਾ 'ਚ 2 에ਅਰਪੋਰਟ ਹੈਗੇ ਨੇ। ਇੱਕ ਅਮਰੀਕਾ ਕਹਿ ਰਿਹਾ, ਸੌਰੀ, ਨਿਊਯਾਰਕ ਦੇ 2 에ਅਰਪੋਰਟ ਨੇ। ਇੱਕ ਨਿਊਯਾਰਕ 에ਅਰਪੋਰਟ ਹੈ, ਇੱਕ ਦਾ ਨਾਮ ਹੈ ਜਾਨ ਆਫ ਕੈਨੇਡੀ 에ਅਰਪੋਰਟ। ਤੇ ਮੈਂ ਹਰ ਟਿਕਟ ਰਿਜ਼ਰਵ ਕਰਵਾ ਕੇ ਤੇ ਮੈਂ ਵਾਪਸ ਘਰ ਚਲਾ ਗਿਆ। ਤੇ ਬੋਬੀ ਨੂੰ ਜਾ ਕੇ ਮੈਂ ਯਾਰ ਬੋਬੀ ਇਸ ਤਰ੍ਹਾਂ 3-4 ਦਿਨਾਂ ਬਾਅਦ ਮੇਰੀ ਜਿਹੜੀ ਉਹਨਾਂ ਡੇਟ ਤੇ ਸੀ ਮੇਰੀ ਫਲਾਈਟ ਹੈਗੀ ਹੈ, ਤੇ ਤੂੰ ਜਿਹੜਾ ਨਾ ਮੈਨੂੰ ਉੱਥੇ ਡ੍ਰੌਪ ਕਰ ਰਹੀ ਯਾਰ। ਬੋਬੀ ਕਹਿੰਦਾ ਯਾਰ, ਨਾਲ ਉਹਦਾ ਕਜ਼ਨ ਇੱਕ ਹੁੰਦਾ ਸੀ ਅਮਜਦ, ਹੁਣ ਵੀ ਹੈਗਾ। ਤੇ ਉਹ ਦੋਵਾਂ ਨੂੰ ਮੈਂ ਕਿਹਾ ਯਾਰ ਮੈਨੂੰ ਡ੍ਰੌਪ ਕਰ ਰਿਹਾ। ਕਹਿੰਦਾ ਠੀਕ ਹੈ, ਕੋਈ ਮਸਲਾ ਹੀ ਨਹੀਂ ਹੈਗਾ, ਡ੍ਰੌਪ ਕਰ ਆਵਾਂਗੇ ਯਾਰ। ਲੋ ਜੀ, ਕਰਦੇ ਕਰਦੇ 3-4 ਦਿਨ ਗੁਜ਼ਰ ਗਏ। ਉਹ ਦਿਨ ਆ ਗਿਆ ਜਦੋਂ ਆਜ਼ਾਦ ਮਹਿਮੂਦ ਨੇ ਫਲੈਟ ਮਾਰਨੀ ਸੀ ਨਿਊਯਾਰਕ ਦੀ। ਤੇ ਮੈਂ ਉਸ ਰਾਤ ਪੂਰੀ ਰਾਤ ਸੁੱਤਾ ਹੀ ਨਹੀਂ ਕਿ ਅਗਲੇ ਦਿਨ ਮੇਰੀ ਫਲੈਟ ਹੈਗੀ ਹੈ। ਤੇ ਤੇ ਜਦੋਂ ਬੋਬੀ ਤੇ ਅਮਜਦ ਮੈਨੂੰ ਡ੍ਰੌਪ ਕਰਨ ਲਈ ਜਾ ਰਹੇ ਨਾ, ਤੇ ਮੇਰੇ ਦਿਲ 'ਚ ਪਤਾ ਨਹੀਂ ਕਿਉਂ ਜਿਹੜਾ ਨਾ ਇੱਕ ਘਬਰਾਹਟ ਜਿਹੀ ਹੁੰਦੀ ਹੈ। ਜਾਂ ਇਸ ਤਰ੍ਹਾਂ ਕਰ ਲਓ, ਛਟੀ ਜਿਹੜੀ ਮੇਰੀ ਹਿੱਸੇ ਨਾ ਉਹ ਕਹਿੰਦੀ ਕੋਈ ਨਾ ਕੋਈ ਤੇਰੇ ਨਾਲ ਨਾ ਕੋਈ ਡਰਾਮਾ ਹੋਏਗਾ। ਉਹ ਮੈਨੂੰ ਜਿਹੜਾ ਨਾ ਕੁਦਰਤਨ ਹੈਗਾ, ਮੈਨੂੰ ਪਹਿਲੇ ਥੋੜਾ ਨਾ ਮਹਿਸੂਸ ਹੋ ਜਾਂਦਾ। ਤੇ ਐਵੇਂ ਹੀ ਅਸੀਂ ਇਹ ਜਾ ਰਹੇ ਹਾਂ 에ਅਰਪੋਰਟ ਤੇ ਜਨਾਬ। ਬੋਬੀ ਮੈਨੂੰ ਆਪਣੀ ਗੱਡੀ ਛੱਡਣ ਜਾ ਰਿਹਾ, ਤੇ ਮੈਂ ਬੋਬੀ ਨੂੰ ਤੇ ਅਮਜਦ ਨੂੰ ਕਹਿ ਰਿਹਾ ਯਾਰ ਖੁਦਾ ਨਾ ਹਾਸਤਾ ਜੇ ਕੋਈ ਤੁਹਾਡੇ ਕੋਲੋਂ ਕੋਈ ਪੁੱਛ ਲਵੇ ਨਾ ਮੇਰੇ ਬਾਰੇ 'ਚ, ਤੇ ਤੁਸੀਂ ਉਹਨੂੰ ਇਹੀ ਕਹਿਣਾ ਕਿ ਇਸ ਬੰਦੇ ਨੂੰ ਅਸੀਂ ਨਹੀਂ ਜਾਣਦੇ। ਇਹ ਬੰਦਾ ਸਾਡੇ ਕੋਲ ਮਹਿਮਾਨ ਆਇਆ 3-4 ਦਿਨ ਲਈ। ਇਹ ਮੇਰੇ ਭਰਾ ਦਾ ਦੋਸਤ ਹੈ, ਪਾਕਿਸਤਾਨ ਮੇਰੇ ਭਰਾ ਦਾ ਦੋਸਤ ਹੈ। ਇਹ ਸਿਰਫ ਸਾਡੇ ਕੋਲ ਮਹਿਮਾਨ ਆਇਆ 3-4 ਦਿਨ ਲਈ, ਤੇ ਇਹਨੇ ਇੱਥੋਂ ਅਮਰੀਕਾ ਜਾਣਾ ਨਿਊਯਾਰਕ। ਸਾਨੂੰ ਹੋਰ ਇਹਦੇ ਬਾਰੇ 'ਚ ਕੁਝ ਨਹੀਂ ਪਤਾ ਹੈਗਾ। ਇਹ ਮੇਰੇ ਭਰਾ ਨੂੰ ਪਤਾ ਜਿਹੜਾ ਪਾਕਿਸਤਾਨ ਰਹਿੰਦਾ। ਇਹ ਜਿਹੜੇ ਕੁਦਰਤਨ ਜਿਹੜਾ ਨਾ ਮੈਂ ਇਹ ਚੀਜ਼ਾਂ ਉਹਨਾਂ ਦੋਵਾਂ ਨੂੰ ਹਟਾ ਛੱਡੀਆਂ ਰਸਤੇ ਦੇ ਵਿੱਚ ਹੀ। ਲੋ ਜੀ, ਕਰਦੇ ਕਰਦੇ ਅਸੀਂ ਮਿਊਨਿਖ 에ਅਰਪੋਰਟ ਤੇ ਪਹੁੰਚ ਗਏ। ਤੇ ਮੈਂ ਦੇਖਿਆ ਕਿ ਆਪਣਾ ਬੋਰਡਿੰਗ ਉਹਦੀ ਓਪਨ ਹੋਈ ਗਈ ਹੈ ਆਪਣਾ ਨਿਊਯਾਰਕ ਜਾਣ ਵਾਲਿਆਂ ਦੀ। ਤੇ ਮੈਂ ਹਮੇਸ਼ਾ ਹੀ ਜਿਹੜਾ ਨਾ ਟਾਈਮ ਜਿਹੜਾ ਨਾ ਮੈਂ ਪੂਰਾ ਰੱਖ ਕੇ ਜਾਂਦਾ ਹੁੰਦਾ ਸਾਂ, ਕਿ ਜ਼ਿਆਦਾ ਇੰਤਜ਼ਾਰ ਨਾ ਕਰਨਾ ਪਵੇ। ਜਿਸ ਬੰਦੇ ਨੇ ਫਿਰ ਡੰਕੀ ਸ਼ੰਕੀ ਮਾਰਨੇ ਨਾ, ਉਹ ਇਹ ਚੀਜ਼ ਦੀ ਕੈਲਕੂਲੇਟ ਕਰਕੇ ਜਾਵੇ ਕਿ ਟਾਈਮ ਜਿਹੜਾ ਉਹਨਾਂ ਕੋਲ ਹੋਣਾ ਚਾਹੀਦਾ ਕਿ ਬਸ ਜਾਂਦੇ ਸਾਰੇ ਫਟਾਫਟ ਬੋਰਡਿੰਗ ਕਰਾ ਕੇ ਤੇ ਜਹਾਜ਼ ਵਿੱਚ ਜਿਹੜਾ ਨਾ ਉਹ ਲਾਂਚਿੰਗ ਚਲਾ, ਜਿੱਥੇ ਲਾਂਚ ਹੁੰਦਾ ਉਹਦੇ ਜਾ ਕੇ ਬੈਠ ਜਾਵੇ, ਕਿਉਂਕਿ ਬਾਹਰ ਜਿਹੜਾ ਹਮੇਸ਼ਾ ਹੀ ਡਾਊਟ ਹੁੰਦਾ। ਤੇ ਉਹ ਲੋ ਜੀ ਆਪਣਾ ਮੈਂ ਹੈਗੇ ਉਹ ਬੋਰਡਿੰਗ ਵਾਲੀ ਲਾਈਨ ਦੇ 'ਚ ਖੜੇ ਹੀ ਆ। ਤੇ ਉੱਤੋਂ ਸੋਨੇ ਦਾ ਸੁਹਾਗਾ ਬੋਬੀ ਤੇ ਅਮਜਦ ਦੋਵੇਂ ਮੇਰੇ ਨਾਲ ਖੜੇ ਨੇ। ਤੇ ਕਾਲੀਆਂ ਐਨਕਾਂ ਲਾਈਆਂ ਹੋਈਆਂ 에ਅਰਪੋਰਟ ਦੇ ਅੰਦਰ ਆ, ਕਾਲੀਆਂ ਐਨਕਾਂ ਲਾਈਆਂ ਹੋਈਆਂ, ਉੱਤੋਂ ਸਾਵਲੇ ਜਿਹੇ ਰੰਗ ਨੇ, ਉੱਤੋਂ ਸੋਨੇ ਤੇ ਸੁਹਾਗਾ, ਛੇਵਾਂ ਵੀ ਦੋਵਾਂ ਦੀਆਂ ਵਧੀਆ ਹੀ ਆ। ਤੇ ਅਸੀਂ ਇਸ ਤਰ੍ਹਾਂ ਹੀ ਮਜ਼ਾਕ ਕਰਨੇ ਪਏ ਆਪਸ ਵਿੱਚ ਨਾ। ਤੇ ਉਧਰੋਂ ਮੈਂ ਦੇਖਣਾ ਪਿਆ 2 ਪੁਲਿਸ ਵਾਲੇ ਤੇ ਇੱਕ ਸਿਵਲ ਵਰਦੀ 'ਚ ਪੁਲਿਸ ਵਾਲਾ, ਉਹ ਮੇਰੇ ਵੱਲ ਆ ਰਹੇ। ਮੈਂ ਕਿਹਾ ਲੈ ਵੀ ਗੜਬੜ ਹੋ ਗਈ, ਮਾਰੇ ਗਈ। ਲੋ ਜੀ, ਉਹਨੇ ਆ ਕੇ ਮੈਨੂੰ ਕਹਿੰਦਾ ਪਾਸਪੋਰਟ ਦੇ, ਜਿਹੜਾ ਸਿਵਲ ਵਰਦੀ ਵਾਲਾ, ਉਹਨੂੰ ਮੈਂ ਆਪਣਾ ਪਾਸਪੋਰਟ ਦਿਖਾਇਆ। ਕਹਿੰਦਾ ਕਿੱਥੇ ਜਾ ਰਿਹਾ? ਮੈਂ ਕਿਹਾ ਨਿਊਯਾਰਕ ਜਾ ਰਿਹਾ। ਤੇ ਕਹਿੰਦਾ ਇਹ ਦੋਵੇਂ ਕੌਣ ਨੇ? ਮੈਂ ਕਿਹਾ ਦੋਸਤ ਨੇ। ਲੋ ਜੀ, ਕਹਿੰਦਾ ਤੂੰ ਮੇਰੇ ਨਾਲ ਆ, ਤੇ ਉਹਨਾਂ ਦੋਵਾਂ ਨੂੰ ਪੁਲਿਸਾਂ ਨੂੰ ਕਿਹਾ ਤੂੰ ਇਹਨਾਂ ਨੂੰ ਲਾਈਆ ਦੋਵਾਂ ਨੂੰ। ਲੋ ਜੀ, ਐਸ ਨਹੀਂ ਹੋਇਆ। ਉਹ ਪੁਲਿਸ ਵਾਲਾ ਜਿਹੜਾ ਸਿਵਲ ਵਰਦੀ ਵਾਲਾ ਉਹ ਮੈਨੂੰ ਆਪਣੇ ਨਾਲ ਲੈ ਗਿਆ, ਤੇ ਅਮਜਦ ਤੇ ਬੋਬੀ ਨੂੰ ਜਿਹੜਾ ਸਿਵਲ ਪੁਲਿਸ ਜਿਹੜਾ ਹੈਗਾ ਸੀ ਵਰਦੀ 'ਚ ਪੁਲਿਸ ਵਾਲਾ, ਉਹ ਲੈ ਗਿਆ ਉਹਨੂੰ ਨਾਲ। ਮੈਨੂੰ ਨਹੀਂ ਪਤਾ ਉਹਨਾਂ ਨੇ ਉਹਦੇ ਕੋਲੋਂ ਕੀ ਪੁੱਛਿਆ, ਮੈਂ ਤੁਹਾਨੂੰ ਬਾਅਦ 'ਚ ਦੱਸਾਂਗਾ। ਉਹ ਪੁਲਿਸ ਵਾਲਾ ਲੈ ਗਿਆ ਜੀ ਮੈਨੂੰ ਆਪਣੇ ਨਾਲ।
ਮੈਨੂੰ 에ਅਰਪੋਰਟ ਦੇ ਉੱਤੇ ਨਾ ਇਹਨਾਂ ਨੇ ਬਣਾਇਆ ਬੜਾ ਵੱਡਾ, ਯਾਨੀ ਕਿ ਨਾ ਜਿੱਥੇ ਸਾਰੇ ਆਉਂਦੇ ਨਾ ਅਨਲੀਗਲ ਵਗੈਰਾ ਜਾਂ ਫੜਦੇ ਨੇ ਉੱਥੋਂ ਉਹਨਾਂ ਨੂੰ ਜਿਹੜਾ ਰਿਪੋਰਟ ਕਰਨ ਲਈ ਅੰਦਰ ਹੀ ਹਵਾਲਾਤ ਬਣਾਈ ਹੈ, ਅੰਦਰ ਹੀ ਸਭ ਕੁਝ ਉਹਨਾਂ ਨੇ ਆਪਣਾ ਨਾ ਕਾਰੋਬਾਰ ਸੈੱਟ ਕੀਤਾ ਹੈ ਅੰਦਰ ਹੀ। ਉਹ ਲੋ ਜੀ ਲੈ ਗਿਆ ਆਪਣੇ ਨਾਲ। ਤੁਸੀਂ ਯਕੀਨ ਕਰੋ ਉਸ ਬੰਦੇ ਨੇ ਮੇਰਾ ਦਿਮਾਗ ਦਾ ਕੁੰਡਾ ਕਰਤਾ ਫੜ ਕੇ। ਉਹ ਇਹੋ ਜਿਹੇ ਸਵਾਲ ਪੁੱਛੇ, ਹੁਣ ਮੈਨੂੰ ਕੋਈ ਪਤਾ ਹੋਵੇ ਤੇ ਮੈਂ ਜਵਾਬ ਦੇਵਾਂ। ਤੇ ਉਹ ਬਰਹਾਲ ਫੇਰ ਚਲਾ ਜਾਵੇ, ਫੇਰ 15 ਮਿੰਟ ਬਾਅਦ ਵਾਪਸ ਆਵੇ, ਫੇਰ ਉਹੀ ਸਵਾਲ ਪੁੱਛੇ ਜਿਹੜਾ 15 ਮਿੰਟ ਪਹਿਲੇ ਮੇਰੇ ਕੋਲ ਪੁੱਛ ਕੇ ਗਿਆ ਸੀ ਕਿ ਮੈਂ ਉਹਦੇ ਚ ਕੋਈ ਗਲਤੀ ਕਰਾਂ ਤੇ ਇਹ ਮੈਨੂੰ ਫੜੇ। ਲੋ ਜੀ, ਤੇ ਉਹ ਮੈਂ ਜਿਹੜਾ ਨਾ ਆਪਣਾ ਇਸ ਤਰ੍ਹਾਂ ਹੀ ਉਹਨੇ ਮੇਰੇ ਕੋਲ ਸਵਾਲ ਜਵਾਬ ਪੁੱਛਦਾ ਰਿਹਾ, ਮਗਰ ਇੱਕ ਚੀਜ਼ ਇਹ ਹੈਗੀ ਹੈ ਕਿ ਮੈਂ ਇੱਕ ਸਕਿੰਟ ਲਈ ਵੀ ਉਹਨੂੰ ਇਹ ਮਹਿਸੂਸ ਨਹੀਂ ਹੋਣ ਦਿੱਤਾ ਕਿ ਮੈਂ ਨਰਵਸ ਹੈਗਾ ਵਾਂ। ਉਹਦੀ ਵਜ੍ਹਾ ਇਹ ਹੈਗੀ ਹੈ ਕਿ ਮੈਂ ਜਦੋਂ ਜਰਮਨੀ ਤੋਂ ਤੁਰਕੀ ਗਿਆ, ਤੁਰਕੀ ਘਰਾਂ ਦਾ ਹਵਾਲਾ ਵਿੱਚ ਰਿਹਾ, ਉਸ ਤੋਂ ਬਾਅਦ ਮੈਨੂੰ ਪੱਕਾ ਯਕੀਨ ਹੋ ਗਿਆ ਸੀ ਪਾਸਪੋਰਟ ਦੀ ਜਾਨ ਹੈਗੀ ਹੈ। ਇਹ ਪਾਸਪੋਰਟ ਕੁਛ ਹੈਗਾ ਤੇ ਇਹਨਾਂ ਨੇ ਮੈਨੂੰ ਛੱਡਿਆ। ਉੱਥੋਂ ਫਿਰ ਮੈਂ ਆਸਰੇ ਪਾਕਿਸਤਾਨ ਗਿਆ, ਪਾਕਿਸਤਾਨ ਤੋਂ ਦੁਬਾਰਾ ਮੈਨੂੰ ਹੈ ਕੋਈ ਡਾਊਟ ਨਹੀਂ, ਕੋਈ ਪ੍ਰੋਬਲਮ ਨਹੀਂ। ਮੈਂ ਇਸ ਕਰਕੇ ਮੈਂ ਡਟਿਆ ਸਾਂ, ਮੈਂ ਕਿ ਇਹ ਜਿਹੜੇ ਨਾ ਪੁੱਛ ਲਵੇ ਜੋ ਇਹਨੇ ਪੁੱਛਣਾ। ਲੋ ਜੀ, ਕਰਦੇ ਨਾ ਯਕੀਨ ਕਰੋ ਕੋਈ 3 ਘੰਟੇ ਤੋਂ ਜ਼ਿਆਦਾ ਹੋ ਗਏ ਇਸ ਤਰ੍ਹਾਂ ਹੀ। ਫਲੂਟ ਆਜ਼ਾਦ ਮਹਿਮੂਦ ਨੂੰ ਛੱਡ ਕੇ ਚਲੀ ਗਈ ਨਿਊਯਾਰਕ, ਤੇ ਮੇਰੇ ਕੋਲ ਸਵਾਲ ਜਵਾਬ ਹੀ ਹੋ ਰਹੇ ਨੇ। ਖੈਰ, ਤੇ ਉਹ ਕਾਫੀ ਮੇਰਾ ਦਿਮਾਗ ਖਾਂਦਾ ਰਿਹਾ। ਉਸ ਤੋਂ ਬਾਅਦ ਐਂਡ ਦੇ ਆ ਕੇ ਮੈਨੂੰ ਕਹਿੰਦਾ ਤੂੰ ਮੇਰੇ ਨਾਲ ਚੱਲ, ਇਹ ਪਾਸਪੋਰਟ ਦੇ ਉੱਤੇ ਲੇਜ਼ਰ ਮਾਰਾਂਗੇ, ਕਿ ਲੇਜ਼ਰ ਜੇ ਪਾਸਪੋਰਟ ਅਸਲੀ ਹੋਇਆ ਤੇ ਮੈਂ ਤੈਨੂੰ ਦੇ ਦਿਆਂਗਾ, ਜੇ ਪਾਸਪੋਰਟ ਨਕਲੀ ਹੈ ਤੇ ਤੂੰ ਅੰਦਰ ਜਾਏਗਾ। ਉਹ ਮੈਂ ਕਿਹਾ ਠੀਕ ਹੈ, ਕੋਈ ਮਸਲਾ ਨਹੀਂ। ਉਹ ਲੇਜ਼ਰ ਐਸ ਕਰਕੇ ਮਾਰਦੇ ਨੇ ਕਿਉਂਕਿ ਜਿਹੜੇ ਪੀਸੀ ਹੋਏ ਪਾਸਪੋਰਟ ਹੁੰਦੇ ਨੇ ਨਾ, ਉਹ ਐਂਡ ਤੇ ਉੱਥੋਂ ਫੜਦੇ ਨੇ। ਪੀਸੀ ਹੋਇਆ ਪਾਸਪੋਰਟ ਜਿਹੜਾ ਨਾ, ਜਦੋਂ ਲੇਜ਼ਰ ਮਾਰਨਗੇ ਨਾ ਉੱਥੋਂ ਫੜਿਆ ਜਾਏਗਾ, ਭਾਵੇਂ ਜਿੰਨਾ ਮਰਜ਼ੀ ਚੰਗਾ ਪੀਸੀ ਕਰਨ ਵਾਲਾ ਬੰਦਾ ਹੋਵੇ। ਲੋ ਜੀ, ਉਹ ਇਸ ਤਰ੍ਹਾਂ ਹੀ ਕਰਦੇ ਮੈਨੂੰ ਇੱਕ ਹੋਰ ਆਫਿਸ ਵਿੱਚ ਲੈ ਗਿਆ ਆਪਣੇ ਨਾਲ ਹੀ। ਉਹਨੇ ਦਰਵਾਜ਼ਾ ਬੰਦ ਕੀਤਾ। ਉਹ ਲੇਜ਼ਰ ਮਸ਼ੀਨ ਉਹ ਐਡੀ ਕੁ ਹੈਗੀ ਸੀ ਜਿੱਡੀ ਕੁ ਆਪਣਾ ਵੱਡੀ ਫੋਟੋਕਾਪੀ ਵਾਲੀ ਮਸ਼ੀਨ ਹੁੰਦੀ ਨਾ, ਇਸ ਤਰ੍ਹਾਂ ਦੀ ਉਹ ਮਸ਼ੀਨ ਸੀ। ਤੇ ਯਕੀਨ ਕਰੋ ਮੈਂ ਵੀ ਲਾਈਫ ਵਿੱਚ ਪਹਿਲੀ ਦਫਾ ਹੀ ਉਹ ਲੇਜ਼ਰ ਮਸ਼ੀਨ ਦੇਖਣਾ ਪਿਆ ਸਾਂ। ਤੇ ਉਹਨੇ ਜਿਹੜਾ ਮੇਰਾ ਪਾਸਪੋਰਟ ਹੈ ਉਹ ਲੇਜ਼ਰ ਮਸ਼ੀਨ ਦੇ ਉੱਤੇ ਰੱਖਿਆ, ਉਹਨੂੰ ਔਨ ਕੀਤਾ ਤੇ ਕਮਰੇ 'ਚ ਹਨੇਰਾ ਹੋਇਆ। ਠੀਕ ਹੈ, ਜਦੋਂ ਉਹਨੇ ਔਨ ਕੀਤਾ ਆਟੋਮੈਟਿਕ ਹੀ ਉਹ ਬੱਤੀਆਂ ਬੰਦ ਹੋ ਗਈਆਂ ਤੇ ਉਹ ਮਸ਼ੀਨ ਜਦੋਂ ਔਨ ਹੋ ਗਈ, ਤੇ ਯਕੀਨ ਕਰੋ ਲਾਈਫ ਦੇ ਵਿੱਚ ਮੈਂ ਪਹਿਲੀ ਦਫਾ ਦੇਖਿਆ ਕਿ ਲੇਜ਼ਰ ਮਸ਼ੀਨ ਕੀ ਹੁੰਦੀ ਹੈ ਤੇ ਇਹ ਕਿਸ ਤਰ੍ਹਾਂ ਲੋਕਾਂ ਨੂੰ ਫੜਦੇ ਨੇ। ਮੇਰਾ ਪਾਸਪੋਰਟ ਜਦੋਂ ਉਹਨੇ ਲੇਜ਼ਰ ਉੱਤੇ ਰੱਖਿਆ ਨਾ, ਲੇਜ਼ਰ ਜਦੋਂ ਥੱਲਿਓਂ ਵੱਜਦੀ ਨਾ, ਥੱਲਿਓਂ ਤੇ ਉੱਤੋਂ, ਉਹ ਬ੍ਰਿਟਿਸ਼ ਪਾਸਪੋਰਟ ਦੇ ਦੋ ਨੁਕਰਾਂ ਦੇ ਨਾ ਦੋ ਉਹਨਾਂ ਦੇ ਜਿਹੜਾ ਸ਼ੇਰਾਂ ਦੀ ਤਸਵੀਰ ਲੱਗੀ ਹੁੰਦੀ ਹੈ। ਉਹ ਤੁਸੀਂ ਜਦੋਂ ਪਾਸਪੋਰਟ ਦੇਖਦੇ ਹੋ ਨਾ ਤੁਹਾਨੂੰ ਨਜ਼ਰ ਆਉਂਦੀ ਹੈ। ਹੁਣ ਦਾ ਪਤਾ ਕੋਈ ਨਹੀਂ, ਉਦੋਂ ਤਸਵੀਰ ਦੇ ਉੱਤੇ ਦੋ ਉਹ ਜਿਹੜਾ ਨਾ ਉਹਨਾਂ ਦੀਆਂ ਸਟੰਪਾਂ ਲੱਗੀਆਂ ਹੁੰਦੀਆਂ ਸੀ। ਤੇ ਯਕੀਨ ਕਰੋ ਉਹ ਦੋ ਸਟੰਪਾਂ ਤੇ ਇੱਕ ਜਿਹੜੀ ਤੁਹਾਡੀ ਫੋਟੋ ਜਿੱਥੇ ਹੋਈ ਹੈ ਨਾ, ਲੱਗੀ ਹੋਈ ਹੈ, ਉਹ ਫੋਟੋ ਦੇ ਥੱਲੇ ਵੀ ਉਹਨਾਂ ਨੇ ਇਹੋ ਜਿਹੇ ਸਿਸਟਮ ਨਾਲ ਉਹ ਆਪਣੀ ਉਹ ਸਟੰਪ ਲਾਈ ਹੈ ਕਿ ਜਦੋਂ ਲੇਜ਼ਰ ਮਾਰਦੇ ਨਾ, ਤੇ ਲਾਈਫ ਵਿੱਚ ਮੈਂ ਪਹਿਲੀ ਦਫਾ ਉਹ ਦੇਖੀ ਚੀਜ਼ ਕਿ ਜਿਵੇਂ ਅਸੀਂ ਫਿਲਮਾਂ 'ਚ ਦੇਖਦੇ ਸੀ ਨਾ, ਇਸ ਤਰ੍ਹਾਂ ਲੇਜ਼ਰ ਉੱਭਰ ਕੇ ਉੱਤੇ ਹੋ ਜਾਂਦੀ ਹੈ। ਤੇ ਇਸ ਤਰ੍ਹਾਂ ਹੀ ਉਹ ਤਸਵੀਰਾਂ ਤਿੰਨੋਂ ਹੀ ਜਿਹੜੀਆਂ ਨਾ, ਉਹ ਇਸ ਤਰ੍ਹਾਂ ਉੱਭਰ ਕੇ ਉੱਤੇ ਹੋਈਆਂ ਤੇ ਉਹ ਚਮਕਣ ਨਾ। ਤੇ ਲਾਈਫ ਹੀ ਮੈਂ ਪਹਿਲੀ ਦਫਾ ਉਹ ਚੀਜ਼ ਦੇਖੀ ਹੈ। ਤੇ ਉਹ ਸਟੰਪਾਂ ਉਹ ਤਸਵੀਰ ਦੇ ਅੰਦਰੋਂ ਜਦੋਂ ਨਿਕਲੇ ਮੈਂ ਹੈਰਾਨ ਹੋ ਗਿਆ। ਮੈਂ ਕਿਹਾ ਯਾਰ ਵੇਖ ਕੈਸੀ ਇਹਨਾਂ ਨੇ ਨਾ ਟੈਕਨੀਕ ਹੈਗੀ। ਉਹ ਖੈਰ ਜੋ ਵੀ ਹੈ, ਉਹਨੇ ਲੇਜ਼ਰ ਮਾਰ ਕੇ ਤੇ ਮੈਨੂੰ ਬੱਤੀਆਂ ਦੁਬਾਰਾ ਔਨ ਕਰਕੇ ਤੇ ਮੈਨੂੰ ਬਾਹਰ ਲਿਜਾ ਕੇ ਤੇ ਇਸ ਤਰ੍ਹਾਂ ਮੇਰੇ ਹੱਥ 'ਚ ਪਾਸਪੋਰਟ ਅੱਧਾ ਆਪਣੇ ਹੱਥ 'ਚ ਫੜਿਆ ਤੇ ਅੱਧਾ ਮੇਰੇ ਹੱਥ 'ਚ ਮੈਨੂੰ ਫੜਾਇਆ। ਕਹਿੰਦਾ ਮੈਨੂੰ ਪੂਰਾ ਯਕੀਨ ਹੈ ਕਿ ਇਹ ਪਾਸਪੋਰਟ ਤੇਰਾ ਨਹੀਂ ਹੈਗਾ, ਪਰ ਮੈਂ ਆਪਣੇ ਕਾਨੂੰਨ ਕੋਲੋਂ ਮਜਬੂਰ ਹਾਂ, ਮੈਂ ਤੈਨੂੰ ਪਾਸਪੋਰਟ ਦੇ ਰਿਹਾ। ਲੋ ਜੀ, ਉਹਨੇ ਮੈਨੂੰ ਪਾਸਪੋਰਟ ਦਿੱਤਾ। ਦੇਖ ਨਾਲ ਕਹਿੰਦਾ ਕਿ ਤੇਰੀ ਕੱਲ ਦੀ ਸੀ ਫਲਾਈਟ ਆਟੋਮੈਟਿਕ ਜਿਹੜੀ ਨਾ ਐਸੇ ਟਾਈਮ ਦੀ ਕੱਲ ਦੀ ਫਲਾਈਟ ਤੇਰੀ ਹੈ ਉਹ ਰਿਜ਼ਰਵ ਦੁਬਾਰਾ ਹੋ ਗਈ ਹੈ, ਤੇ ਤੂੰ ਜਿਹੜਾ ਨਾ ਕੱਲ ਆ ਕੇ ਤੇ ਆਪਣਾ ਇਸ ਤਰ੍ਹਾਂ ਹੀ ਫਲੈਟ ਲੈ ਕੇ ਤੇ ਅਮਰੀਕਾ ਚਲੇ ਜਾਈ। ਮੈਂ ਕਿਹਾ ਠੀਕ ਹੈ, ਮਿਹਰਬਾਨੀ ਤੇਰੀ।
ਲੋ ਜੀ ਮੈਂ ਉੱਥੋਂ ਆਪਣਾ ਬੈਗ ਸ਼ੈਗ ਫੜਿਆ, ਮੈਂ ਆਇਆ ਥੱਲੇ ਉਤਰ ਕੇ, ਉੱਥੋਂ ਟ੍ਰੇਨ ਫੜੀ ਹੈ ਮਿਊਨਿਖ ਦੀ, ਸਿੱਧਾ ਹੀ ਆਪਣਾ ਬੋਬੀ ਭਾਈਜਨ ਕੋਲ। ਲੋ ਜੀ ਬੋਬੀ ਮੈਨੂੰ ਵੇਖ ਕੇ ਹੈਰਾਨ ਹੋ ਗਿਆ ਕਿ ਤੂੰ ਫੇਰ ਦੁਬਾਰਾ ਵਾਪਸ ਆ ਗਿਆ। ਮੈਂ ਕਿਹਾ ਆਹੋ। ਕਹਿੰਦਾ ਉਹਨਾਂ ਨੂੰ ਛੱਡਦਾ, ਮੈਂ ਕਿਹਾ ਮੈਂ ਛੱਡੇ ਸੀ, ਮੈਂ ਕਿਹਾ ਨੰਬਰ 2 ਸਾ। ਲੋ ਜੀ ਮੈਂ ਉਹਨੂੰ ਬੋਬੀ ਨੂੰ ਪੁੱਛਿਆ, ਮੈਂ ਕਿਹਾ ਯਾਰ ਮੈਨੂੰ ਤਾਂ ਉਹਨਾਂ ਨੇ ਬੜੇ ਸਵਾਲ ਜਵਾਬ ਪੁੱਛੇ ਨੇ, ਮੇਰਾ 3 ਘੰਟੇ ਦਿਮਾਗ ਖਾਂਦੇ ਨੇ, ਤੁਹਾਨੂੰ ਕੀ ਪੁੱਛਿਆ? ਕਹਿੰਦਾ ਸਾਨੂੰ ਵੀ ਤਕਰੀਬਨ ਪੌਣਾ ਘੰਟਾ ਜਿਹੜਾ ਨਾ ਸਾਡੇ ਕੋਲੋਂ ਵੀ ਉਹਨੇ ਬੜੇ ਸਵਾਲ ਜਵਾਬ ਪੁੱਛੇ ਨੇ, ਤੇ ਸਾਨੂੰ ਦੋਵਾਂ ਨੂੰ ਇਹ ਕਹਿ ਰਹੇ ਸੀ, ਅਮਜਦ ਨੂੰ ਲਹਿਦਾ ਲੈ ਗਏ ਸੀ ਤੇ ਮੈਨੂੰ ਲਹਿਦਾ ਲੈ ਗਏ ਸੀ, ਮਗਰ ਦੋਵਾਂ ਦੇ ਸਵਾਲ ਸਾਡੇ ਦੋਵਾਂ ਕੋਲੋਂ ਇੱਕੋ ਹੀ ਪੁੱਛਦੇ ਪਏ ਸੀ ਕਿ ਤੁਸੀਂ ਇਹਦੇ ਕੋਲੋਂ ਪੈਸੇ ਲਿੱਤੇ ਨੇ ਤੇ ਤੁਸੀਂ ਇਹਨੂੰ ਅਮਰੀਕਾ ਦੀ ਜਿਹੜੀ ਨਾ ਡੰਕੀ ਲਵਾ ਰਹੇ ਹੋ। ਤੇ ਅਸੀਂ ਉਹਨਾਂ ਨੂੰ ਸਿਰਫ ਇਹੀ ਕਹਿੰਦੇ ਰਹੇ ਹਾਂ, ਮੈਂ ਵੀ ਇਹੀ ਉਹਨੂੰ ਕਿਹਾ ਕਿ ਇਹ 3-4 ਦਿਨ 4 ਦਿਨ ਹੋ ਗਏ ਨੇ, 3 ਦਿਨ ਹੋ ਗਏ ਨੇ ਸਾਡੇ ਕੋਲ ਆਏ ਹੈ, ਇਹ ਸਾਡੇ ਮਹਿਮਾਨ ਹੈ, ਪਾਕਿਸਤਾਨ ਤੋਂ ਆਇਆ, ਮੇਰੇ ਭਰਾ ਨੇ ਇਹਨੂੰ ਭੇਜਿਆ, ਅਸੀਂ ਨਹੀਂ ਜਾਣਦੇ। ਮੇਰੇ ਭਰਾ ਨੇ ਸਿਰਫ ਇਹਨੇ ਕਿਹਾ ਸੀ ਇਹਨੂੰ 3-4 ਦਿਨ ਲਈ ਆਪਣੇ ਕੋਲ ਰੱਖੋ, ਉਸ ਤੋਂ ਬਾਅਦ ਇਹਨੇ ਅਮਰੀਕਾ ਜਾਣਾ, ਇਹਨੂੰ ਅਮਰੀਕਾ ਭੇਜ ਦੇਣਾ, ਇਹਨੂੰ ਚੜਾ ਦੇਣਾ। ਕਹਿੰਦਾ ਇਸ ਕੋਲੋਂ ਇਲਾਵਾ ਸਾਡਾ ਇਹਦੇ ਨਾਲ ਕਿਸੇ ਕਿਸਮ ਦਾ ਕੋਈ ਤਲਕ ਨਹੀਂ ਹੈਗਾ। ਤੇ ਕਹਿੰਦਾ ਬਾਰ-ਬਾਰ ਇਹੋ ਹੀ ਸਾਨੂੰ ਪੁੱਛਣ ਤੁਸੀਂ ਪੈਸੇ ਲਿੱਤੇ ਹੋਏ ਨੇ, ਤੇ ਸਾਡਾ ਜਵਾਬ ਇੱਕੋ ਹੀ ਸੀ ਕਿ ਇਹ ਪਾਕਿਸਤਾਨ ਤੋਂ ਆਇਆ। ਮਗਰ ਦੇਖ ਲਓ ਕੁਦਰਤ ਕਿੱਡੀ ਵੱਡੀ ਹੈ ਕਿ ਮੈਂ ਗੱਡੀ 'ਚ ਬੈਠੇ ਹੀ ਹੈ ਉਹਨਾਂ ਨੂੰ ਚੀਜ਼ਾਂ 2-3 ਰਟਾਈਆਂ ਨੇ, ਤੇ ਦੇਖ ਲਓ ਉਹੀ ਕੰਮ ਆ ਗਈਆਂ ਨੇ, ਅੱਲਾ ਦੀ ਕੁਦਰਤ। ਤੇ ਪਿਆਰੇ ਦੋਸਤੋ, ਸੈਕਿੰਡ ਪਾਰਟ ਮੇਰੇ ਸੈਕਿੰਡ ਪਾਰਟ ਦਾ ਇੰਤਜ਼ਾਰ ਕਰਨਾ, ਉਹ ਵੀ ਬੜਾ ਹੀ ਮਜ਼ੇਦਾਰ ਹੈ। ਤੇ ਇਨਸ਼ਾਅੱਲਾ ਮਿਲਨੇ ਆ ਅਗਲੀ ਵੀਡੀਓ ਵਿੱਚ। ਅੱਲਾ ਹਾਫਿਜ਼।